खेती ਦੇ ਵਿੱਚ ਜੇ ਅਸੀਂ ਸਹੂਲਤਾਂ ਦੀ ਗੱਲ ਕਰੀਏ ਮਾਹੌਲ ਦੀ ਗੱਲ ਕਰੀਏ ਉਸ ਵਾਸਤੇ ਸਰਕਾਰੀ ਉਪਰਾਲੇ ਵੀ ਨਾਲ ਦੇ ਨਾਲ ਸਾਨੂੰ ਦੱਸਣੇ ਵੀ ਚਾਹੀਦੇ ਨੇ ਅਤੇ ਉਹਨਾਂ ਦਾ ਅਸੀਂ ਫਾਇਦਾ ਵੀ ਤਦ ਹੀ ਉਠਾ ਸਕਨੇ ਹਾਂ ਜੇ ਸਾਨੂੰ ਉਹਨਾਂ ਬਾਰੇ ਜਾਣਕਾਰੀ ਹੋਵੇ। ਸੋ ਅੱਜ ਅਸੀਂ ਵਿਸਥਾਰ ਨਾਲ ਜਾਣਕਾਰੀ ਲੈਣੀ ਹੈ ਕਿ ਮਹਿਕਮਾ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਸੂਬੇ 'ਚ ਕਿਹੜੇ ਉਪਰਾਲੇ ਕੀਤੇ ਜਾ ਰਹੇ ਨੇ ਤਾਂ ਕਿ ਅਸੀਂ ਉਹਨਾਂ ਤੋਂ ਜਾਣੂ ਹੋ ਕੇ ਅਤੇ ਉਹਨਾਂ ਸਹੂਲਤਾਂ ਦਾ ਉਹਨਾਂ ਸਕੀਮਾਂ ਦਾ ਫਾਇਦਾ ਉਠਾ ਸਕੀਏ। ਮੇਰੇ ਨਾਲ ਨੇ ਡਾਕਟਰ ਸੁਤੰਤਰ ਕੁਮਾਰ ਏਰੀ ਜੀ ਜਿਹੜੇ ਕਿ ਡਾਇਰੈਕਟਰ ਨੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ। ਅੱਜ ਆਪਾਂ ਜ਼ਿਲ੍ਹਾ ਜਲੰਧਰ ਦੇ ਪਿੰਡ ਉਦੋਪੁਰ ਉਸ ਪਿੰਡ 'ਚ ਆਪਾਂ ਆਏ ਹਾਂ। ਮੱਕੀ ਵੀ ਇਸ ਇਲਾਕੇ 'ਚ ਕਾਫੀ ਲੱਗਦੀ ਏ, ਝੋਨੇ ਦੀ ਸਿੱਧੀ ਬਿਜਾਈ ਵੀ ਹੋਈ ਏ, ਝੋਨੇ ਦੀ ਮਸ਼ੀਨ ਨਾਲ ਬਿਜਾਈ ਵੀ ਹੋਈ ਏ। ਡਾਕਟਰ ਸਾਹਿਬ ਇਸ ਵਕਤ ਜੋ ਸਥਿਤੀ ਹੈ ਫਸਲਾਂ ਦੀ, ਚਾਹੇ ਆਪਾਂ ਝੋਨੇ ਦੀ ਗੱਲ ਕਰ ਲਈਏ ਜਾਂ ਮਾਲਵੇ 'ਚ ਆਪਾਂ ਕਪਾਹ ਦੀ ਗੱਲ ਕਰ ਲਈਏ, ਮੱਕੀ ਦੀ ਗੱਲ ਕਰ ਲਈਏ, ਖਾਦਾਂ ਦਵਾਈਆਂ ਦਾ ਇਸਤੇਮਾਲ ਬੜਾ ਹੋਣ ਡਿਆ ਔਰ ਇਹਨਾਂ ਦੀ ਸਹੀ ਕਿਸਾਨ ਨੂੰ ਉਪਲਬਧਤਾ ਕਰਾਉਣੀ ਤੁਹਾਡੇ ਵਿਭਾਗ ਦੀ ਜ਼ਿੰਮੇਵਾਰੀ ਹੈ। ਕੀ ਕਹਿਣਾ ਚਾਹੋਗੇ? ਦੇਖੋ ਜੀ, ਕਿਸਾਨ ਵੀਰਾਂ ਨੂੰ ਇਹ ਅਸੀਂ ਜ਼ਰੂਰ ਸੁਨੇਹਾ ਦੇਣਾ ਚਾਹਾਂਗੇ, ਉਪਲਬਧਤਾ ਕਰਾਉਣੀ ਔਰ ਮਿਆਰ ਠੀਕ ਰੱਖਣਾ, ਇਹ ਦੋਵਾਂ ਪੱਖਾਂ ਨੂੰ ਜਿਹੜਾ ਖੇਤੀਬਾੜੀ ਵਿਭਾਗ ਹੈ ਉਹ ਬੜੀ ਹੀ ਗੰਭੀਰਤਾ ਨਾਲ ਲੈਂਦਾ ਔਰ ਇਹ ਸਾਡੀ ਖੇਤੀ ਦੀਆਂ ਮੁੱਖ ਲੋੜਾਂ ਹਨ। ਇੱਕ ਤਾਂ ਸਮੇਂ ਸਿਰ ਹਰ ਚੀਜ਼ ਦੀ ਉਪਲਬਧਤਾ ਹੋਏ ਔਰ ਨਾਲ ਦੀ ਨਾਲ ਹੀ ਉਹਦੀ ਜਿਹੜੀ ਮਿਆਰੀ ਚੀਜ਼ ਸਾਡੀ ਜੇ ਫਸਲ 'ਚ ਪਏਗੀ ਅਤੇ ਉਹਦਾ ਸਾਨੂੰ ਜਿਹੜਾ ਬੜਾ ਹੀ ਉਨਾ ਹੀ ਵਰਤੋਂ ਕਰਨੀ ਪਏਗੀ ਜਿੰਨੀ ਜ਼ਰੂਰਤ ਹੈ। ਉਸ ਪੱਖੋਂ ਖੇਤੀਬਾੜੀ ਵਿਭਾਗ ਜਿਹੜਾ ਉਹ ਹਰ ਪੱਖੋਂ ਪਹਿਲੇ ਤਾਂ ਠੀਕ ਸਪਲਾਈ ਕਰਾਉਣ ਪੱਖੋਂ ਹਰ ਪੱਧਰ 'ਤੇ ਉਪਰਾਲੇ ਕੀਤੇ ਜਾਂਦੇ ਹਨ ਤਾਂ ਕਿ ਠੀਕ ਸਮੇਂ ਸਿਰ ਸਪਲਾਈ ਹੋ ਜਾਏ। ਦੂਸਰੀ ਜਿਹੜੀ ਹੈ ਠੀਕ ਮਿਆਰ, ਜਿਹਦੇ ਲਈ ਸਾਡੇ ਖੇਤੀਬਾੜੀ ਵਿਭਾਗ ਵੱਲੋਂ ਇੱਕ ਬੜਾ ਸਿਸਟਮ ਬਣਿਆ ਹੋਇਆ ਜਿਹਦੇ 'ਚ ਅਸੀਂ ਹਰ ਸਾਡੇ ਜਿਹੜੇ ਖੇਤੀਬਾੜੀ ਵਿਕਾਸ ਅਫਸਰ ਹੈ ਉਹਨਾਂ ਨੂੰ ਜ਼ਿੰਮੇਵਾਰੀ ਦਿੱਤੀ ਹੋਈ ਹੈ ਵੀ ਤੁਸੀਂ ਆਪਣੇ ਹਰ ਜਿਸ ਵੀ ਰਿਟੇਲ ਪੁਆਇੰਟ 'ਤੇ ਜਿਹੜੀ ਵੀ ਚੀਜ਼ ਸਪਲਾਈ ਹੋਣੀ ਹੈ ਤੁਸੀਂ ਲਗਾਤਾਰ ਉਹਦੇ 'ਤੇ ਆਪਣੀ ਨਜ਼ਰ ਬਣਾਈ ਰੱਖਣੀ ਹੈ ਔਰ ਲੋੜ ਅਨੁਸਾਰ ਉਹਨੂੰ ਚੈੱਕ ਕਰਦੇ ਰਹਿਣਾ। ਇਹਦੇ ਨਾਲ ਹੀ ਲੋੜ ਅਨੁਸਾਰ ਉਹਦੀ ਸੈਂਪਲਿੰਗ ਕਰਨੀ ਹੈ। ਇਹ ਤੋਂ ਇਲਾਵਾ ਸਾਡੇ ਖੇਤੀਬਾੜੀ ਜਿਹੜੇ ਬਲਾਕ ਪੱਧਰ 'ਤੇ ਖੇਤੀਬਾੜੀ ਅਫਸਰ ਹਨ ਉਹ ਵੀ ਆਪਣੇ ਬਲਾਕ ਵਿੱਚ ਪੂਰੇ ਤੌਰ 'ਤੇ ਜਿਹੜੇ ਉਹ ਆਪਣੀਆਂ ਮੂਵਮੈਂਟ ਰੱਖਦੇ ਹੋਏ ਪੂਰੇ ਬਲਾਕ 'ਚ ਨਜ਼ਰ ਰੱਖਣੀ ਹੈ। ਮੁੱਖ ਖੇਤੀਬਾੜੀ ਅਫਸਰ ਪੱਧਰ 'ਤੇ ਅਸੀਂ ਇਹ ਆਦੇਸ਼ ਦਿੱਤੇ ਹੋਏ ਹਨ ਵੀ ਤੁਸੀਂ ਆਪਣੇ ਜ਼ਿਲ੍ਹਾ ਪੱਧਰ 'ਤੇ ਟੀਮਾਂ ਬਣਾ ਕੇ ਲਗਾਤਾਰ ਆਪਣੇ ਜ਼ਿਲ੍ਹੇ 'ਤੇ ਉਹਨਾਂ ਟੀਮਾਂ ਦੀ ਮੂਵਮੈਂਟ ਕਰਾ ਕੇ ਲਗਾਤਾਰ ਲੋੜ ਅਨੁਸਾਰ ਜਿਹੜੀ ਚੀਜ਼ ਦੀ ਵੀ ਸਪਲਾਈ ਹੈ ਹੋ ਰਹੀ ਹੈ ਸਮੇਂ ਸਿਰ ਉਹਦੀ ਸੈਂਪਲਿੰਗ ਕਰਾ ਕੇ ਉਹ ਜਿਹੜੀ ਹੈ ਉਹਨੂੰ ਤੁਸੀਂ ਪਰਖ ਕਰਾ ਕੇ ਤਾਂ ਕਿ ਉਹ ਕਿਸਾਨਾਂ ਤੱਕ ਮਿਆਰੀ ਚੀਜ਼ ਪਹੁੰਚੇ, ਇਹਨਾਂ ਗੱਲਾਂ ਦਾ ਧਿਆਨ ਰੱਖਣਾ। ਸੋ ਇਸ ਪੱਖੋਂ ਖੇਤੀਬਾੜੀ ਵਿਭਾਗ ਪੂਰਾ ਜਿਹੜਾ ਉਹ ਸੁਚੇਤ ਹੈ ਔਰ ਅਸੀਂ ਰਾਜ ਪੱਧਰ 'ਤੇ ਵੀ ਟੀਮਾਂ ਬਣਾਈਆਂ ਹੋਈਆਂ ਹਨ। ਜਿਹੜੀਆਂ ਸਾਡੀਆਂ ਟੀਮਾਂ ਜਿਹੜੀਆਂ ਉਹ ਸਮੇਂ 'ਤੇ ਅਚਾਨਕ ਅਲੱਗ-ਅਲੱਗ ਜ਼ਿਲ੍ਹਿਆਂ 'ਚ ਮੂਵ ਕਰਦੀਆਂ ਹਨ, ਚੈੱਕ ਕਰਦੀਆਂ ਹਨ ਔਰ ਅਸੀਂ ਬਕਾਇਦਾ ਸੈਂਪਲਿੰਗ ਕਰਾਉਂਦੇ ਹਾਂ ਤਾਂ ਕਿ ਜਿਹੜਾ ਹਰ ਪੱਖੋਂ ਹਰ ਪੱਧਰ 'ਤੇ ਜਿਹੜੀ ਹੈ ਯੋਗ ਚੈਕਿੰਗ ਜਿਹੜੀ ਆ ਹੁੰਦੀ ਰਹੇ ਔਰ ਤਾਂ ਕਿ ਕਿਸੇ ਕਿਸਮ ਦੀ ਵੀ ਕੋਈ ਮਿਆਰ ਤੋਂ ਘੱਟ ਵਸਤੂ ਹੈ ਉਹ ਕਿਸਾਨਾਂ ਤੱਕ ਨਾ ਪਹੁੰਚੇ। ਬਿਲਕੁਲ ਜੀ। ਡਾਕਟਰ ਏਰੀ ਸਾਹਿਬ, ਤੁਸੀਂ ਡਾਇਰੈਕਟਰ ਵੀ ਹੋ ਅਤੇ ਨਾਲ ਦੇ ਨਾਲ ਤੁਸੀਂ ਕਾਨੂੰਨ ਨੂੰ ਵੀ ਜਾਣਦੇ ਹੋ, ਤੁਸੀਂ ਲਾਅ ਦੀ ਡਿਗਰੀ ਵੀ ਹਾਸਲ ਕੀਤੀ ਹੋਈ ਹੈ। ਅੱਛਾ, ਉਸ ਪੱਖੋਂ ਜੇ ਗੱਲ ਕਰੀਏ ਤਾਂ ਇਹ ਜਿਹੜਾ ਕਾਨੂੰਨ ਹੈ ਖਾਦਾਂ ਦਾ, ਦਵਾਈਆਂ ਦਾ, ਬੀਜਾਂ ਦਾ, ਇਹ ਕਾਨੂੰਨ ਤਾਂ ਬੜਾ ਸਖਤ ਹੈ ਲੇਕਿਨ ਕਾਨੂੰਨ ਦੇ ਉਲੰਘਣਾ ਕਰਨ ਵਾਲੇ ਲੋਕ ਜਿਹੜੇ ਨੇ ਉਹ ਕਿਸਾਨ ਨਾਲ ਕਈ ਵਾਰੀ ਧੋਖਾ ਕਰ ਦਿੰਦੇ ਨੇ। ਸੋ ਉਹਨਾਂ ਵਾਸਤੇ ਕਿੱਦਾਂ ਦੇ ਇੰਤਜ਼ਾਮ ਤੁਸੀਂ ਇਸ ਮਾਧਿਅਮ ਨੇ ਦੱਸਣਾ ਚਾਹੋਗੇ ਤਾਂ ਕਿ ਉਹ ਲੋਕ ਜਿਹੜੇ ਇਸ ਗੱਲ ਨੂੰ ਸੁਣ ਰਹੇ ਨੇ ਉਹਨਾਂ ਨੂੰ ਵੀ ਕੰਨ ਹੋ ਜਾਣ ਔਰ ਕਿਸਾਨ ਨੂੰ ਵੀ ਪਤਾ ਲੱਗ ਜਾਏ ਕਿ ਮੈਂ ਅਗਰ ਕਿਸੇ ਚੀਜ਼ ਦੀ ਖਰੀਦ ਕਰਨੀ ਹੈ ਤਾਂ ਸਹੀ ਢੰਗ ਨਾਲ ਕਰਾਂ, ਕਿਤੇ ਮੈਂ ਆਪਣਾ ਨੁਕਸਾਨ ਨਾ ਕਰ ਪਵਾਂ। ਦੇਖੋ, ਜਿਹੜਾ ਇੱਕ ਇਹ ਸੋਚ ਹੈ ਨਾ ਵੀ ਕਾਨੂੰਨ ਹੈ, ਕਾਨੂੰਨ ਬਹੁਤ ਸਖਤ ਹੈ, ਅਤੇ ਇਹ ਸਾਰਾ ਜਿਹੜਾ ਕੰਮ ਹੈ ਇਹ ਕੋਈ ਸ਼ੱਕ ਨਹੀਂ ਵੀ ਇਹ ਸਾਰਾ ਕਾਨੂੰਨਨ ਕੀਤਾ ਜਾਂਦਾ ਹੈ ਔਰ ਹਰ ਜਿੱਦਾਂ ਇਨਸੈਕਟੀਸਾਈਡ ਦਾ ਜਿੰਨਾ ਕੰਮ ਹੈ, ਕੀੜੇ ਮਾਰ ਦਵਾਈਆਂ ਦਾ ਇਨਸੈਕਟੀਸਾਈਡ ਐਕਟ ਦੇ ਅਧੀਨ ਹੈ, ਸੀਡ ਬੀਜ ਦਾ ਕੰਮ ਹੈ ਸੀਡ ਐਕਟ ਦੇ ਅਧੀਨ ਹੈ, ਫਰਟੀਲਾਈਜ਼ਰ ਦਾ ਕੰਮ ਹੈ ਖਾਦਾਂ ਦਾ ਉਹ ਫਰਟੀਲਾਈਜ਼ਰ ਕੰਟਰੋਲਰ ਦੇ ਅਧੀਨ ਹੈ ਔਰ ਉਹਦੇ 'ਚ ਜੋ ਨਿਯਮ ਮਿਥੇ ਗਏ ਹਨ, ਜੋ ਸਾਡੇ ਉਹਦੇ 'ਚ ਜੋ ਨਿਯਮ ਹਨ, ਜੋ ਰੂਲ ਬਣੇ ਹਨ, ਜੋ ਸੈਕਸ਼ਨਸ ਜਿਹੜੀਆਂ ਉਹਦੇ 'ਚ ਐਡ ਹਨ, ਉਹਦੇ ਮੁਤਾਬਕ ਹੀ ਸਾਰਾ ਜਿਹੜਾ ਉਹ ਕੰਮ ਕੀਤਾ ਜਾਂਦਾ ਹੈ। ਉਹ ਪਹਿਲੇ ਇਸ ਗੱਲ ਕਰਨੀ ਵੀ ਬੜਾ ਸਖਤ ਹੈ, ਇੱਦਾਂ ਦੀ ਕੋਈ ਗੱਲ ਨਹੀਂ ਹੈ।
ਜਿਹੜਾ ਵੀ ਕਾਨੂੰਨ ਬਣਾਇਆ ਜਾਂਦਾ ਹੈ ਉਹ ਬਣਾਇਆ ਜਾਂਦਾ ਹੈ ਕਿ ਅਸੀਂ ਇਹ ਕਿਸੇ ਕਿਸਮ ਦੀ ਵੀ ਵਸਤੂ ਠੀਕ ਜਿਸ ਮਿਆਰ ਦੀ ਤਿਆਰ ਹੋ ਰਹੀ ਹੈ ਉਸ ਮਿਆਰ ਦੀ ਹੀ ਕਿਸਾਨਾਂ ਤੱਕ ਪਹੁੰਚੇ, ਔਰ ਕਿਸੇ ਕਿਸਮ ਦੇ ਕੋਈ ਗਲਤ ਕੰਮ ਕਰਨ ਵਾਲੇ ਉਸ ਵਸਤੂ ਦੇ ਨਾਂ ਤੇ ਕੋਈ ਉੱਦਾਂ ਦੀ ਰਲਦੀ ਮਿਲਦੀ ਕੋਈ ਹੋਰ ਗਲਤ ਵਸਤੂ ਤਿਆਰ ਕਰਕੇ ਉਹ ਉਸਦੇ ਨਾਂ ਤੇ ਨਾ ਵੇਚ ਜਾਣ, ਉਸ ਪੱਖੋਂ ਇਸ ਕਾਨੂੰਨ ਨੂੰ ਬਣਾਇਆ ਗਿਆ ਹੈ। ਔਰ ਇਹ ਕਾਨੂੰਨ ਕਿਸਾਨਾਂ ਦੀ ਵੀ ਸਹੂਲਤ ਲਈ ਹੈ, ਜਿੰਨੇ ਮੈਨੂਫੈਕਚਰਰ ਹਨ, ਜਿੰਨੇ ਦਵਾਈਆਂ ਖਾਦਾਂ ਬੀਜ ਤਿਆਰ ਕਰਨ ਵਾਲੇ ਹਨ, ਉਹਨਾਂ ਲਈ ਸਪੋਰਟਿਵ ਹੈ, ਉਹਨਾਂ ਲਈ ਜ਼ਰੂਰੀ ਹੈ, ਉਹਨਾਂ ਲਈ ਇਹ ਇੱਕ ਕਿਸਮ ਦੀ ਸਪੋਰਟ ਹੈ। ਉਹਨਾਂ ਦੇ ਜੋ ਬਿਜ਼ਨਸ ਉਹ ਕਰ ਰਹੇ ਹਨ ਉਹਨਾਂ ਲਈ ਇਸ ਗੱਲ ਦੀ ਗਰੰਟੀ ਹੈ ਵੀ ਤੁਸੀਂ ਜਿਸ ਪ੍ਰੋਫੈਸ਼ਨ ਨਾਲ ਜੁੜੇ ਹੋ, ਜਿਹੜਾ ਕਿਸਾਨਾਂ ਦੀ ਸੇਵਾ 'ਚ ਜਿਹੜਾ ਕੰਮ ਕਰ ਰਹੇ ਹੋ, ਜਿਸ ਨੀਅਤ ਨਾਲ ਕਰ ਰਹੇ ਹੋ, ਉਸ ਨੀਅਤ ਨਾਲ ਤੁਸੀਂ ਜਿਹੜਾ ਉਹ ਤੁਹਾਡਾ ਠੀਕ ਮਿਆਰੀ ਜੋ ਸਮਾਨ ਤੁਸੀਂ ਬਣਾ ਰਹੇ ਹੋ ਕਿਸਾਨਾਂ ਤੱਕ ਮਿਆਰੀ ਹੀ ਪਹੁੰਚੇ। ਉਹਨਾਂ ਲਈ ਜ਼ਰੂਰੀ ਇਸ ਪੱਖੋਂ ਹੈ ਕਿਉਂਕਿ ਇਹ ਉਹਨਾਂ ਦੇ ਸਪੋਰਟਿਵ ਕਾਨੂੰਨ ਹੈ, ਉਹਨਾਂ ਦੀ ਲੋੜ ਲਈ ਕਾਨੂੰਨ ਹੈ, ਉਹਨਾਂ ਵਾਸਤੇ ਕਾਨੂੰਨ ਹੈ, ਉਹਨਾਂ ਨੂੰ ਡਰਾਉਣ ਵਾਸਤੇ ਜਾਂ ਉਹਨਾਂ ਨੂੰ ਧਮਕਾਉਣ ਵਾਸਤੇ ਜੇ ਕੋਈ ਸਖਤੀ ਕਰਨ ਵਾਸਤੇ ਨਹੀਂ ਹੈ। ਸੋ ਗੱਲ ਇਹ ਹੈ ਕਿ ਜੇ ਤੇ ਆਪਾਂ ਕਾਨੂੰਨ ਅਨੁਸਾਰ ਕੰਮ ਕਰਾਂਗੇ ਤੇ ਫਿਰ ਤੇ ਆਪਣੀ ਸਪੋਰਟ ਕਰੂ, ਤੇ ਜੇ ਅਸੀਂ ਕਾਨੂੰਨ ਦੇ ਖਿਲਾਫ ਜਾਵਾਂਗੇ ਤੇ ਫਿਰ ਨੁਕਸਾਨ ਆਪਣਾ ਵੀ ਹੋਏਗਾ ਤੇ ਨਾਲ ਦੇ ਨਾਲ ਸਾਡੇ ਕਿਸਾਨਾਂ ਦਾ ਨੁਕਸਾਨ ਵੀ ਹੋਏਗਾ। ਡੇਰੀ ਸਾਹਿਬ, ਹੁਣ ਕਿਉਂਕਿ ਤੁਸੀਂ ਫਰਮਾਇਆ ਕਿ ਕਾਨੂੰਨ ਦੇ ਅਨੁਸਾਰ ਕੰਮ ਕਰਨੇ ਬੜੇ ਜ਼ਰੂਰੀ ਨੇ ਔਰ ਤੁਸੀਂ ਸਾਰੇ ਉਪਰਾਲੇ ਕੀਤੇ ਨੇ ਤਾਂ ਕਿਸਾਨ ਨੂੰ ਸਹੀ ਇਹ ਚੀਜ਼ਾਂ ਮਿਲਣ। ਅੱਛਾ, ਹੁਣ ਕਿਸਾਨ ਦਾ ਫਰਜ਼ ਕੀ ਬਣਦਾ ਕਿ ਕਾਨੂੰਨ ਦੇ ਵਿੱਚ ਕਿਸਾਨ ਜਿਹੜਾ ਹੈ ਉਹਦਾ ਜਦੋਂ ਉਹਨੇ ਕੋਈ ਚੀਜ਼ ਖਰੀਦਣੀ ਹੈ ਉਹ ਕਿਹੜੀਆਂ ਗੱਲਾਂ ਦਾ ਧਿਆਨ ਰੱਖੇ ਤਾਂ ਕਿ ਉਹਦੇ ਨਾਲ ਧੋਖਾ ਨਾ ਹੋਵੇ? ਦੇਖੋ, ਕਿਸਾਨ ਦਾ ਤਾਂ ਮੁੱਖ ਇਹ ਗੱਲ ਸੋਚਣੀ ਬਣਦੀ ਹੈ, ਇਹ ਗੱਲ ਸਮਝਣੀ ਬਣਦੀ ਹੈ ਵੀ ਜਿਹੜੀ ਚੀਜ਼ ਉਹ ਖਰੀਦ ਰਿਹਾ ਹੈ ਉਹ ਮੈਨੂਫੈਕਚਰ ਕਿਤੇ ਹੋਰ ਜਗ੍ਹਾ 'ਤੇ ਹੋ ਰਹੀ ਹੈ ਅਤੇ ਵਿਕ ਕਿਸੇ ਹੋਰ ਜਗ੍ਹਾ 'ਤੇ ਰਹੀ ਹੈ। ਇਸ ਲਈ ਉਨੇ ਹੀ ਸੁਚੇਤ ਹੋ ਕੇ ਜਿਹੜਾ ਜਿਸ ਨੇ ਕੋਈ ਚੀਜ਼ ਖਰੀਦਣੀ ਹੈ ਉਹਦਾ ਬਿੱਲ ਜ਼ਰੂਰ ਪ੍ਰਾਪਤ ਕਰਨਾ, ਔਰ ਬਿੱਲ ਪ੍ਰਾਪਤ ਕਰਕੇ ਬਕਾਇਦਾ ਆਪਣੇ ਦਸਤਖਤ ਕਰਨੇ ਹਨ ਉੱਥੇ ਵੀ ਮੈਂ ਇਹ ਚੀਜ਼ ਵਾਕਈ ਇੱਥੋਂ ਖਰੀਦ ਕੇ ਚੱਲਿਆ ਹਾਂ। ਇੱਕ ਕਾਪੀ ਜਿਹੜੀ ਹਰ ਵੇਲੇ ਇੱਕ ਕਾਪੀ ਤੇ ਬਿੱਲ ਦੀ ਕਿਸਾਨ ਨੂੰ ਮਿਲਦੀ ਹੈ, ਇੱਕ ਉਹਦੀ ਜਿਹੜੀ ਬਿੱਲ ਬੁੱਕ ਵਿੱਚ ਹਾਜ਼ਰ ਰਹਿੰਦੀ ਹੈ ਜਿਹਦੇ ਤੇ ਕਿਸਾਨ ਦੇ ਦਸਤਖਤ ਸਾਡਾ ਸਟਾਫ ਲੰਘਦਾ ਟੱਪਦਾ ਚੈਕਿੰਗ ਦੌਰਾਨ ਦੇਖਦਾ ਹੈ। ਬਿੱਲ ਪ੍ਰਾਪਤ ਕਰਨ ਦਾ ਕੋਈ ਵਾਧੂ ਖਰਚਾ ਨਹੀਂ, ਕੋਈ ਟੈਕਸ ਨਹੀਂ, ਆਪਾਂ ਬਿੱਲ ਆਪ ਹਾਸਲ ਕਰੀਏ। ਜਿਸਲੇ ਵੀ ਕੋਈ ਸਪਲਾਈ ਦੀ ਮਤਲਬ ਜਿਸਲੇ ਵੀ ਕੋਈ ਸਟਾਕ ਦੀ ਕੋਈ ਡੀਲਰ ਪ੍ਰਾਪਤ ਕਰਦਾ ਹੈ ਉਹਨੇ ਬਕਾਇਦਾ ਆਪਣੇ ਰਜਿਸਟਰ 'ਚ ਉਸ ਨੂੰ ਦਰਜ ਕਰਨਾ ਹੁੰਦਾ ਹੈ, ਜਿਹਦਾ ਸਾਡਾ ਵਿਭਾਗ ਟਾਈਮ ਟੂ ਟਾਈਮ ਉਹਦੀ ਚੈਕਿੰਗ ਕਰਦਾ ਹੈ, ਉਹਦੀ ਸੈਂਪਲਿੰਗ ਕਰਦਾ ਹੈ। ਜਿਹੜੀਆਂ ਸਾਡੀਆਂ ਲੈਬੋਰਟਰੀਆਂ ਹਨ, ਸਾਡੀਆਂ ਜਿਹੜੀਆਂ 2 ਖਾਦ ਦੀਆਂ ਲੈਬੋਰਟਰੀਆਂ, 3 ਪੈਸਟੀਸਾਈਡਸ ਦੀਆਂ ਲੈਬੋਰਟਰੀਆਂ ਔਰ 3 ਬੀਜਾਂ ਦੀਆਂ ਲੈਬੋਰਟਰੀਆਂ ਬਕਾਇਦਾ ਜਿਹੜੀਆਂ ਉਹ ਕਿਸਾਨੀ ਹਿੱਤ ਵਿੱਚ ਲਗਾਤਾਰ ਜਿਹੜੇ ਸੈਂਪਲ ਭੇਜੇ ਜਾਂਦੇ ਹਨ ਉਹਨਾਂ ਦੀ ਪਰਖ ਕਰਦੀਆਂ ਹਨ। ਔਰ ਇਹ ਬਕਾਇਦਾ ਐਕਟ ਅਨੁਸਾਰ, ਐਕਟ ਵਿੱਚ ਦਿੱਤੀਆਂ ਸ਼ਡਿਊਲ 'ਚ ਜੋ ਵੀ ਪ੍ਰੋਸੀਜਰ ਹਨ, ਜੋ ਢੰਗ ਤਰੀਕੇ ਹਨ, ਜੋ ਉਹਨਾਂ ਦੇ ਨਿਯਮ ਹਨ, ਉਹਦੇ ਅਨੁਸਾਰ ਚੈਕਿੰਗ ਕਰਕੇ ਟੈਸਟਿੰਗ ਕਰਕੇ ਅਸੀਂ ਬਕਾਇਦਾ ਕਾਨੂੰਨੀ ਕਾਰਵਾਈ ਕਰਦੇ ਹਾਂ। ਇਸ ਕਰਕੇ ਕੋਈ ਵੀ ਜਿਹੜਾ ਹੈ ਵਿਕਰੇਤਾ ਜਿਹੜਾ ਉਹ ਗਲਤ ਸਮਾਨ ਗਲਤ ਕਿਸੇ ਵਸਤੂ ਦੀ ਵਿਕਰੀ ਨਹੀਂ ਕਰ ਸਕਦਾ। ਇਸ ਕਰਕੇ ਕਿਸਾਨ ਦਾ ਇਹ ਮੁੱਖ ਫਰਜ਼ ਹੈ ਵੀ ਉਹ ਜਦੋਂ ਵੀ ਕੋਈ ਚੀਜ਼ ਖਰੀਦਣੀ ਹੈ ਬਿੱਲ ਜ਼ਰੂਰ ਪ੍ਰਾਪਤ ਕਰੇ। ਡੇਰੀ ਸਾਹਿਬ, ਦੇਖੋ ਜੇ ਅਸੀਂ ਅੱਜ ਸੂਬੇ ਦੀ ਗੱਲ ਕਰੀਏ ਤਾਂ ਤੁਹਾਡਾ ਮੁੱਖ ਜਿਹੜਾ ਕੰਮ ਚੱਲਣ ਡਿਆ ਉਹ ਖੇਤੀ ਵਿਭਿੰਨਤਾ ਵੀ ਹੈ ਅਤੇ ਧਰਤੀ ਹੇਠਲਾ ਪਾਣੀ ਵੀ ਆਪਾਂ ਬਚਾਉਣਾ, ਕਿਉਂਕਿ ਕਾਫੀ ਜ਼ਮੀਨ ਹੇਠਲਾ ਪਾਣੀ ਥੱਲੇ ਜਾਣ ਡਿਆ। ਇਹਨਾਂ ਸਾਰੀਆਂ ਸੋਚਾਂ ਨੂੰ ਰੱਖ ਕੇ ਅੱਜ ਆਪਾਂ ਸਾਡੀ ਖੇਤੀ ਜੋ ਚੱਲਣ ਡਈ ਏ, ਆਪਾਂ ਕਿੱਥੇ ਖੜ੍ਹੇ ਹਾਂ, ਮੱਕੀ ਦੀ ਕੀ ਸਥਿਤੀ ਹੈਗੀ ਏ, ਕਪਾਹ ਨਰਮੇ 'ਚ ਕਾਫੀ ਤੁਸੀਂ ਜ਼ੋਰ ਲਾਇਆ, ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਆਪਾਂ ਜੇ ਦਈਏ ਥੋੜ੍ਹਾ ਜਿਹਾ ਪਿੱਛੇ ਨੂੰ ਜਾਈਏ, 2009 ਤੋਂ ਪਹਿਲਾਂ ਸਾਡਾ ਲਗਾਤਾਰ ਹਰ ਸਾਲ ਪਾਣੀ ਦਾ ਪੱਧਰ ਜਿਹੜਾ ਉਹ 74 ਸੈਂਟੀਮੀਟਰ ਹਰ ਸਾਲ ਨੀਵਾਂ ਜਾ ਰਿਹਾ ਸੀਗਾ। ਜਦੋਂ ਇੱਕ ਸਾਡਾ ਸਬ ਸੋਇਲ ਪ੍ਰੀਜ਼ਰਵੇਸ਼ਨ ਵਾਟਰ ਐਕਟ 2009 ਜਿਹੜਾ ਬਣਾਇਆ ਗਿਆ, ਜਿਹਦੇ ਤਹਿਤ ਅਸੀਂ ਝੋਨਾ ਲਗਾਉਣ ਦੀ, ਝੋਨਾ ਟਰਾਂਸਪਲਾਂਟ ਕਰਨ ਦੀ ਮਿਤੀ ਫਿਕਸ ਕਰਤੀ ਗਈ, ਠੀਕ ਹੈ ਨਾ ਜੀ, ਵੀ ਕੋਈ ਵੀ ਕਿਸਾਨ ਵੀਰ 10 ਜੂਨ ਤੋਂ ਪਹਿਲੇ ਝੋਨਾ ਖੇਤਾਂ 'ਚ ਨਹੀਂ ਲਗਾਏਗਾ ਔਰ 10 ਮਈ ਤੋਂ ਪਹਿਲੇ ਪਨੀਰੀ ਨਹੀਂ ਬੀਜੇਗਾ, ਜਿਹਦੇ ਕਰਕੇ ਇਹ ਸਾਡਾ 25 ਸੈਂਟੀਮੀਟਰ ਪਾਣੀ ਦੇ ਪੱਧਰ ਦਾ ਬਚਾਅ ਹੋਇਆ। 49 ਸੈਂਟੀਮੀਟਰ ਉਹ ਤੋਂ ਬਾਅਦ ਹੁਣ ਵੀ ਪਾਣੀ ਸਾਡਾ ਹਰ ਸਾਲ ਥੱਲੇ ਜਾ ਰਿਹਾ। ਇਸ ਕਰਕੇ ਰਾਜ ਦੀ ਮੁੱਖ ਲੋੜ ਹੈ, ਜਿਹੜੀ ਜ਼ਰੂਰਤ ਹੈ, ਸਮਝਣ ਦੀ ਲੋੜ ਹੈ ਵੀ ਆਪਣਾ ਇਹ ਪਾਣੀ ਜਿਹੜਾ ਇੱਕ ਕੁਦਰਤ ਦੀ ਨਿਆਮਤ ਹੈ,
ਇਸ ਨੂੰ ਸਾਂਭ ਕੇ ਰੱਖਣਾ, ਇਹਨੂੰ ਬਚਾਉਣਾ, ਤਾਂ ਕਿ ਭਵਿੱਖ ਵਿੱਚ ਵੀ ਲਗਾਤਾਰ ਸਾਡੀਆਂ ਅਗਲੀਆਂ ਜਨਰੇਸ਼ਨਸ ਦੇ ਖੇਤੀ ਇਸੇ ਢੰਗ ਨਾਲ ਕਰਦੀਆਂ ਰਹਿਣ ਔਰ ਚੰਗੀ ਉਹਦੇ ਤੋਂ ਆਮਦਨ ਲੈਂਦੀਆਂ ਰਹਿਣ। ਉਸ ਪੱਖੋਂ ਆਪਣੇ ਪਾਣੀ ਨੂੰ ਬਚਾ ਕੇ ਰੱਖਣਾ ਬਹੁਤ ਜ਼ਰੂਰੀ ਹੈ। ਉਸ ਲਈ ਸਾਨੂੰ ਉਹ ਫਸਲਾਂ ਅਪਣਾਉਣ ਦੀ ਲੋੜ ਹੈ ਜਿਹੜੀਆਂ ਕੁਦਰਤੀ ਤੌਰ 'ਤੇ ਜਿਸ ਇਲਾਕੇ ਦੀਆਂ ਫਸਲਾਂ ਹਨ। ਜਿੱਦਾਂ ਅਸੀਂ ਮਾਲਵੇ ਵੱਲ ਦੇਖੀਏ ਤੇ ਕਪਾਹ ਉਸ ਇਲਾਕੇ ਦੀ ਖਾਸ ਫਸਲ ਹੈ, ਤੇ ਅਸੀਂ ਕਿਸਾਨ ਵੀਰਾਂ ਨੂੰ ਇਹ ਸੁਨੇਹਾ ਦਿੱਤਾ ਵੀ ਤੁਸੀਂ ਕਪਾਹ ਰਕਬਾ ਵਧਾਓ, ਕਿਉਂਕਿ ਤੁਹਾਡੇ ਇਲਾਕੇ 'ਚ ਕਪਾਹ ਬੀਜ ਕੇ ਇੱਕ ਤੁਸੀਂ ਉਹਦਾ ਖੇਤੀ ਖਰਚੇ ਘੱਟ ਨਾਲ ਹੋਏਗੀ ਔਰ ਉਹਦੀ ਆਮਦਨ ਤੁਹਾਡੀ ਕੰਪੈਰੇਟਿਵਲੀ ਬਾਕੀ ਫਸਲਾਂ ਦੇ ਜ਼ਿਆਦਾ ਹੋਏਗੀ ਔਰ ਉਹਦਾ ਅਸਰ ਕਿਸਾਨ ਵੀਰਾਂ ਨੇ ਸਾਡੀ ਗੱਲ ਮੰਨੀ ਹੈ। ਔਰ ਪਿਛਲੇ ਸਾਲ ਜਿਹੜਾ ਪਹਿਲੇ 2,68,000 ਹੈਕਟੇਅਰ ਰਕਬਾ ਸੀਗਾ, ਪਿਛਲੇ ਸਾਲ ਕਿਸਾਨ ਵੀਰਾਂ ਨੇ ਉਹਨੂੰ ਵਧਾ ਕੇ 3,92,000 ਹੈਕਟੇਅਰ ਕੀਤਾ ਔਰ ਇਸ ਵਾਰ ਮੈਨੂੰ ਬੜੀ ਖੁਸ਼ੀ ਹੈ ਕਿਸਾਨ ਵੀਰਾਂ ਨੇ ਸਾਡੀ ਗੱਲ ਮੰਨ ਕੇ ਇਸ ਸਾਲ ਜਿਹੜਾ ਕਿਸਾਨ ਵੀਰਾਂ ਨੇ 5,01,465 ਹੈਕਟੇਅਰ ਰਕਬਾ ਇਸ ਵੇਲੇ ਕਪਾਹ ਦਾ ਬੀਜਿਆ ਹੋਇਆ ਔਰ ਬੜੀ ਅੱਛੀ ਫਸਲ ਹੈ, ਬੜੀ ਕਿਸੇ ਕਿਸਮ ਦੀ ਕੋਈ ਕੀੜਾ ਮਕੌੜਾ ਨਹੀਂ, ਬੜੀ ਚੰਗੀ ਝਾੜ ਆਉਣ ਦੀ ਸਾਨੂੰ ਉਮੀਦ ਹੈ। ਤੇ ਇਸੇ ਤਰ੍ਹਾਂ ਇਹ ਮੱਕੀ ਕਦੇ ਵੀ ਉਸ ਬੈਲਟ 'ਚ ਕਿਸਾਨ ਵੀਰਾਂ ਨੇ ਨਹੀਂ ਸੀ ਬੀਜੀ। ਅਸੀਂ ਪਿਛਲੇ ਸਾਲ ਕਿਸਾਨ ਵੀਰਾਂ ਨੂੰ ਸੁਨੇਹਾ ਦਿੱਤਾ ਵੀ ਤੁਹਾਡੇ ਏਰੀਏ 'ਚ ਮੱਕੀ ਵੀ ਹੋ ਸਕਦੀ ਹੈ, ਇਸ ਫਸਲ ਨੂੰ ਵੀ ਅਪਣਾਓ। ਇਹ ਵੀ ਫਸਲ ਸਾਡੇ ਬੜੀ ਹੀ ਜ਼ਰੂਰਤ ਹੈ ਔਰ ਬੜੀ ਲਾਹੇਵੰਦ ਫਸਲ ਬਣ ਸਕਦੀ ਹੈ ਜੇਕਰ ਅਸੀਂ ਇਹਨੂੰ ਠੀਕ ਢੰਗ ਨਾਲ ਪੈਦਾ ਕਰੀਏ, ਮਿਆਰੀ ਹਰ ਕੰਮ ਕਰੀਏ। ਤੇ ਉਹਦੇ ਅਸਰ ਵਜੋਂ ਪਿਛਲੇ ਸਾਲ 8,000 ਹੈਕਟੇਅਰ ਮੱਕੀ ਦਾ ਰਕਬਾ ਜਿਹੜਾ ਬੀਜਿਆ ਗਿਆ ਕਿਸਾਨ ਵੀਰਾਂ ਨਾਲ ਵੱਲੋਂ ਉਸ ਏਰੀਏ 'ਚ, ਮਾਲਵੇ ਦੇ 3 ਡਿਸਟ੍ਰਿਕਟਾਂ 'ਚ। ਔਰ ਇਸ ਵਾਰ ਜੇ ਉਹ ਏਰੀਆ ਵੱਧ ਕੇ ਕਿਸਾਨ ਵੀਰਾਂ ਨੇ ਕੋਈ 30,000 ਹੈਕਟੇਅਰ ਐਤਕੀ ਮੱਕੀ ਬੀਜੀ। ਔਰ ਨਾਲ ਦੀ ਨਾਲ ਮੈਂ ਤੁਹਾਨੂੰ ਕਹਾਂ ਵੀ ਸਾਡੀ ਇਸ ਬੈਲਟ 'ਚ ਵੀ ਕਪਾਹ ਵੀ ਕਿਸਾਨ ਵੀਰਾਂ ਨੇ ਬੀਜੀ ਹੈ। ਇਹ ਕੁਛ ਵੀਰਾਂ ਨੇ ਆਪਣੇ ਅੰਮ੍ਰਿਤਸਰ, ਨਵਾਂ ਸ਼ਹਿਰ ਔਰ ਫਤਿਹਗੜ੍ਹ ਸਾਹਿਬ ਇੱਥੇ ਔਰ ਲੁਧਿਆਣਾ ਇੱਥੇ ਕਪਾਹ ਦੀ 4-4, 5-5 ਏਕੜ 'ਚ ਹੀ ਬੀਜੀ ਹੈ, ਪਰ ਬਕਾਇਦਾ ਉੱਥੇ ਵੀ ਬਹੁਤ ਸੋਹਣੀ ਫਸਲ ਹੈ। ਜੇ ਮੱਕੀ ਉਸ ਏਰੀਏ 'ਚ ਕਿਸਾਨਾਂ ਨੇ ਬੀਜੀ ਹੈ ਤੇ ਇੱਧਰ ਕਪਾਹ ਵੀ ਕਿਸਾਨ ਵੀਰਾਂ ਨੇ ਬੀਜੀ ਹੈ ਔਰ ਜਿਹਦਾ ਚੰਗਾ ਜਿਹੜੀ ਹੈ ਉਹ ਲੱਗਦਾ ਵੀ ਉਹਦਾ ਹੋਏਗਾ। ਔਰ ਮੱਕੀ ਜਿਹੜੀ ਹੈ ਔਰ ਪਿਛਲੇ ਸਾਲ ਜਿਹੜੀ ਜਦੋਂ ਅਸੀਂ 1 ਸਾਲ ਪਹਿਲਾਂ 1,08,000 ਹੈਕਟੇਅਰ ਸੀਗੀ ਤੇ ਪਿਛਲੇ ਸਾਲ ਕਿਸਾਨ ਵੀਰਾਂ ਨੇ 1,60,000 ਹੈਕਟੇਅਰ ਤੱਕ ਉਹਨੂੰ ਵਧਾਇਆ ਔਰ ਇਸ ਵਾਰ ਸਾਡੇ ਸੁਨੇਹੇ 'ਤੇ ਕਿਸਾਨ ਵੀਰਾਂ ਨੇ ਇਸ ਰਕਬੇ ਨੂੰ ਵਧਾ ਕੇ 2,42,000 ਹੈਕਟੇਅਰ ਇਸ ਵਾਰ ਕਿਸਾਨ ਵੀਰਾਂ ਨੇ ਮੱਕੀ ਦੀ ਬਿਜਾਈ ਕੀਤੀ ਹੈ। ਸੋ ਗੱਲ ਹੈ ਕਿ ਤੁਹਾਡੀ ਮਿਹਨਤ ਨੂੰ ਬੂਰ ਪਿਆ ਔਰ ਕਿਸਾਨਾਂ ਨੇ, ਆਪਾਂ ਦੇਖੋ ਕਿੱਡੀ ਵਧੀਆ ਮੱਕੀ ਪਿੱਛੇ ਖੜੀ ਏ। ਇਹ ਸਾਰੀ ਮੱਕੀ ਸੋਹਣੀ ਦੁੱਧ ਦੀ ਮੱਕੀ ਏ ਔਰ ਇਸ ਇਲਾਕੇ ਦੇ ਵਿੱਚ ਜਿੱਥੇ ਆਪਾਂ ਆਏ ਆ, ਇਸ ਇਲਾਕੇ ਵਿੱਚ ਹੀ ਕਿਸਾਨਾਂ ਨੇ ਮਹਿਕਮਾ ਜ਼ਰਾਅਤ ਦੀ ਗੱਲ ਨੂੰ ਮੰਨਦਿਆਂ ਹੋਇਆਂ ਮੱਕੀ ਥੱਲੇ ਰਕਬਾ ਲਿਆਂਦਾ। ਪਰ ਏਰੀ ਸਾਹਿਬ ਇੱਕ ਗੱਲ ਹੋਰ ਜਿਹੜੀ ਬੜੀ ਵਾਜਬ ਹੈ ਤੁਹਾਡੇ ਨਾਲ ਸਾਂਝੀ ਕਰਨੀ, ਉਹ ਹੈ ਕਿ ਮੱਕੀ ਦਾ ਭਾਅ ਜਿਹੜਾ ਉਹ ਬੜਾ ਘੱਟ ਵੱਧ ਪਿੱਛੇ ਜੀ ਤੇ 600-700 ਰੁਪਇਆ ਮਹਾਂ ਹੀ ਕਿਸਾਨ ਦੀ ਵਿਕੀ ਔਰ ਕਿਸਾਨ ਬੜਾ ਹਤਾਸ਼ ਵੀ ਹੋਇਆ, ਲੇਕਿਨ ਫਿਰ ਵੀ ਕਿਸਾਨ ਨੇ ਮਹਿਕਮੇ ਦੀ ਗੱਲ ਮੰਨ ਕੇ ਮੱਕੀ ਥੱਲੇ ਰਕਬਾ ਵਧਾਇਆ। ਸੋ ਕਹਿਣ ਤੋਂ ਭਾਵ ਹੈ ਕਿ ਇਹ ਅਪਸ ਐਂਡ ਡਾਊਨ ਮੱਕੀ ਦੇ ਭਾਅ 'ਚ, ਕਿਉਂਕਿ ਕਿਸਾਨ ਨੂੰ ਜੇ ਚੰਗਾ ਭਾਅ ਮਿਲੇਗਾ, ਜੇ ਬਾਸਮਤੀ ਦੀ ਆਪਾਂ ਗੱਲ ਕਰ ਲਈਏ, ਬਾਸਮਤੀ ਦੀ ਫਸਲ ਵਾਸਤੇ ਵੀ ਤੁਸੀਂ ਕਾਫੀ ਉਪਰਾਲੇ ਕਰਨ ਡੇ ਹੋ, ਮੱਕੀ ਦਾ ਮੰਡੀਕਾਰੀ ਨੂੰ ਥੋੜ੍ਹਾ ਮਜ਼ਬੂਤ ਕਰਨ ਦੀ ਜ਼ਰੂਰਤ ਹੈਗੀ। ਦੇਖੋ ਜੀ, ਬਾਸਮਤੀ ਦੇ ਬਾਰੇ ਵੀ ਮੈਂ ਦੱਸਾਂ, ਇਸ ਵਾਰ ਸਾਡੇ ਕਿਸਾਨ ਵੀਰਾਂ ਨੇ ਇਹੀ ਸੁਨੇਹਾ ਲੈਂਦੇ ਹੋਏ ਮਿਆਰੀ, ਅਸੀਂ ਹੁਣ ਨਾਲ ਇੱਕ ਕਿਸਾਨ ਵੀਰਾਂ ਨੂੰ ਸੁਨੇਹਾ ਦੇ ਰਹੇ ਮਿਆਰੀ ਬਾਸਮਤੀ, ਵੀ ਉਹ ਸਪਰੇਆਂ ਜਿਹੜੀਆਂ ਸਾਡੇ ਕੁਆਲਿਟੀ 'ਤੇ, ਸਾਡੇ ਗ੍ਰੇਨ ਦੇ ਮਿਆਰ 'ਤੇ, ਸਾਡੇ ਦਾਣੇ ਦੇ ਮਿਆਰ 'ਤੇ, ਸਾਡੀ ਉਪਜ ਦੇ ਮਿਆਰ 'ਤੇ ਮਾੜਾ ਅਸਰ ਪਾਉਂਦੀਆਂ ਹਨ, ਉਹ ਦਵਾਈਆਂ 9 ਕਿਸਮ ਦੀਆਂ ਦਵਾਈਆਂ ਅਸੀਂ ਕਿਸਾਨ ਵੀਰਾਂ ਤੱਕ ਜਿਹੜੀਆਂ ਉਹ ਸੁਨੇਹਾ ਦਿੱਤਾ ਹੈ ਲਗਾਤਾਰ, ਉਹਨਾਂ ਨੂੰ ਨਹੀਂ ਸਪਰੇਅ ਕਰਨਾ, ਤਾਂ ਕਿ ਅਸੀਂ ਮਿਆਰੀ ਬਾਸਮਤੀ ਦੀ ਪੈਦਾਵਾਰ ਕਰਕੇ ਉਹਦੀ ਐਕਸਪੋਰਟ ਕਰ ਸਕੀਏ ਅਤੇ ਵੱਧ ਤੋਂ ਵੱਧ ਉਹਦਾ ਜਿਹੜਾ ਉਹ ਭਾਅ ਪ੍ਰਾਪਤ ਕਰ ਸਕੀਏ। ਇਸੇ ਤਰ੍ਹਾਂ ਮੱਕੀ 'ਚ ਜੇ ਅਸੀਂ ਮਿਆਰੀ ਮੱਕੀ ਪੈਦਾ ਕਰਾਂਗੇ ਤਾਂ ਉਹਦਾ ਸਾਨੂੰ ਭਾਅ ਚੰਗਾ ਮਿਲੇਗਾ। ਔਰ ਉਹ ਤੋਂ ਇਲਾਵਾ ਸਾਡੀ ਸਰਕਾਰ ਇਸ ਲਈ ਬੜੀ ਹੀ ਖਾਸ ਤੌਰ 'ਤੇ ਬੜਾ ਹੀ ਕੋਸ਼ਿਸ਼ ਕਰ ਰਹੀ ਹੈ, ਬੜੇ ਸਾਡੇ CM ਸਾਹਿਬ ਵੱਲੋਂ ਸਪੈਸ਼ਲੀ ਜਿਹੜੇ ਉਹ ਭਾਰਤ ਸਰਕਾਰ ਨੂੰ 2 ਵਾਰ ਪੱਤਰ ਲਿਖੇ ਗਏ ਹਨ ਵੀ ਇਹਦੀ ਵੀ MSP ਬਕਾਇਦਾ ਸ਼ੁਰੂ ਕੀਤੀ ਜਾਏ ਔਰ ਯਕੀਨੀ ਬਣਾਇਆ ਜਾਏ ਵੀ ਇਹ ਉਹਦੇ 'ਤੇ ਖਰੀਦੀ ਜਾਏ। ਔਰ ਉਹ ਤੋਂ ਇਲਾਵਾ ਹੋਰ ਕਈ ਕਿਸਮ ਦੇ ਪ੍ਰੋਗਰਾਮ ਜਿਹੜੇ ਨੇ ਮੱਕੀ ਦੇ ਵਿਕਾਸ ਲਈ ਸ਼ੁਰੂ ਕਰਨ ਜਾ ਰਹੀ ਹੈ ਗੌਰਮੈਂਟ ਆਉਣ ਵਾਲੇ ਭਵਿੱਖ 'ਚ ਔਰ ਹੋਣਗੇ। ਔਰ ਇਹ ਤੋਂ ਇਲਾਵਾ ਐਥਨੋਲ ਦੇ ਪਲਾਂਟ ਇੱਕ ਸਾਡੇ ਬਠਿੰਡੇ ਲੱਗਾ ਹੈ, ਦੂਸਰਾ ਐਥਨੋਲ ਦਾ ਪਲਾਂਟ ਸਾਡੇ ਪਠਾਨਕੋਟ ਇਸ ਵੇਲੇ ਲੱਗਾ ਹੋਇਆ ਹੈ, ਉਹਨਾਂ ਦੀ ਮੱਕੀ ਦੀ ਬਹੁਤ ਲੋੜ ਹੈ ਉਹਨਾਂ ਨੂੰ। ਇਸੇ ਤਰ੍ਹਾਂ ਕਾਫੀ ਪਲਾਂਟ ਜਿਹੜੇ ਪੰਜਾਬ 'ਚ ਲੱਗੇ ਹੋਏ ਹਨ, ਜਿਹੜੇ ਕਿ ਸਿਰਫ ਮਿਆਰ ਪੱਖੋਂ ਮੱਕੀ ਨੂੰ ਦੂਜੇ ਰਾਜਾਂ ਤੋਂ ਮੰਗਾ ਰਹੇ ਹਨ।
ਕਾਰਨ ਕੀ ਹੈ, ਸਿਰਫ ਸਾਡੇ ਥੋੜ੍ਹਾ ਜਿਹਾ ਸਮਝਣ ਦੀ ਲੋੜ ਹੈ ਵੀ ਮੱਕੀ ਨੂੰ ਅਸੀਂ ਜਦੋਂ ਵੀ ਤਿਆਰ ਕਰੀਏ, ਜਦੋਂ ਵੀ ਦਾਣਾ ਇਹਦਾ ਹੋਏ, ਇਹਨੂੰ ਨਾਲ ਦੀ ਨਾਲ ਹੀ ਡਰਾਇਰ ਵਿੱਚੋਂ ਜ਼ਰੂਰ ਕੱਢ ਲਈਏ। ਡਰਾਈ ਮੱਕੀ ਦੀ ਕਿਸੇ ਕਿਸਮ ਦੇ ਵੀ ਕੋਈ ਉਹਦੇ 'ਚ ਕਿਸੇ ਗਲਤ ਟੌਕਸਿਨਸ ਡਿਵੈਲਪ ਨਹੀਂ ਹੁੰਦੇ। ਪਰ ਡਾਕਟਰ ਸਾਹਿਬ ਡਰਾਇਰ ਦੀ ਗੱਲ ਤੁਸੀਂ ਗੱਲ ਕੀਤੀ ਹੈ, ਤੇ ਇਹਦੇ ਬਾਰੇ ਸਰਕਾਰ ਦੀਆਂ ਕੋਈ ਸਹੂਲਤਾਂ ਵੀ ਕਹਿੰਦੇ ਜਿਨ੍ਹਾਂ ਤੱਕ ਆਪਾਂ ਨੂੰ ਡਰਾਇਰ ਦੀ ਅਵੇਲੇਬਿਲਿਟੀ, ਡਰਾਇਰ ਕਿੱਥੋਂ ਮਿਲਦਾ, ਇਹਦੇ ਬਾਰੇ ਜਾਣਕਾਰੀ ਨਹੀਂ ਹੋਊ ਤੇ ਉੱਥੇ ਫਿਰ ਗੈਪ ਜਾਂ ਕਿਸਾਨ ਦਾ ਬਣਿਆ ਰਹਿੰਦਾ। ਇੱਕ ਪਹਿਲੇ ਤਾਂ ਸਰਕਾਰ ਵੱਲੋਂ ਖੁਦ ਮੰਡੀਆਂ 'ਚ ਡਰਾਇਰ ਲਗਾਏ ਸੀਗੇ, ਜਿੱਦਾਂ ਹੁਣ ਤੁਹਾਡੇ ਜਲੰਧਰ 'ਚ ਹੀ ਮੈਂ ਦੱਸਾਂ, ਮੈਂ ਇੱਥੇ 6 ਸਾਲ ਰਿਹਾ ਵੀ ਹਾਂ ਤੁਹਾਡੇ ਬਤੌਰ ਚੀਫ ਐਗਰੀਕਲਚਰ ਅਫਸਰ, ਅਤੇ ਅਸੀਂ ਉਸ ਵੇਲੇ ਬੇਨਤੀਆਂ ਕਰਕੇ ਇੱਕ ਨਕੋਦਰ ਡਰਾਇਰ ਲਗਵਾਇਆ, ਇੱਕ ਭੋਗਪੁਰ ਡਰਾਇਰ ਲਗਾਇਆ। ਇਸ ਤਰ੍ਹਾਂ ਵੱਡੇ ਡਰਾਇਰ ਵੀ ਸਾਡੇ ਲੱਗੇ ਹੋਏ ਹਨ। ਉੱਥੇ ਤਾਂ ਚਲੋ ਇਹ ਹੈ ਵੀ ਪ੍ਰੋਡਿਊਸ ਇਕੱਠੀ ਜਾ ਕੇ ਕਰਨੀ ਪੈਂਦੀ ਹੈ। ਇਹ ਤੋਂ ਇਲਾਵਾ ਹੁਣ ਸਰਕਾਰ ਵੱਲੋਂ ਇੱਕ ਨਵਾਂ ਉਪਰਾਲਾ ਵੀ ਸਾਡੇ ਜਿਹੜੇ ਹੈਗੇ ਨਾ ਜੀ ਪੋਰਟੇਬਲ ਡਰਾਇਰ, ਛੋਟੇ ਡਰਾਇਰ ਜਿਨ੍ਹਾਂ ਨੂੰ ਅਸੀਂ ਇੱਕ ਖੇਤ 'ਚੋਂ ਦੂਜੇ ਖੇਤ 'ਚ ਲਿਜਾ ਸਕਦੇ ਹਾਂ, ਜਿਹਦੀ ਕਰੀਬ 7 ਲੱਖ ਦੇ ਕਰੀਬ ਕੀਮਤ ਹੈ, ਉਹਦਾ ਕਰੀਬ ਜਿਹੜਾ 40% ਤੱਕ ਉਹਦੇ 'ਤੇ ਸਬਸਿਡੀ ਦੇ ਕੇ ਕਿਸਾਨ ਵੀਰ ਉਹਨੂੰ ਖਰੀਦ ਕੇ ਬਕਾਇਦਾ ਉਹਦਾ ਲਾਭ ਲੈ ਸਕਦੇ ਹਨ। ਉਹ ਪਿੰਡਾਂ 'ਤੇ ਆਪਣੇ ਕੋਆਪਰੇਟਿਵ ਸੁਸਾਇਟੀਆਂ ਉਹਨੂੰ ਖਰੀਦ ਸਕਦੀਆਂ ਹਨ। ਉਹਨੂੰ ਕਿਸਾਨ ਜਿਹੜੇ ਮੱਕੀ ਦੇ ਮੁੱਖ ਕਾਸ਼ਤਕਾਰ ਹਨ ਉਹ ਵੀ ਖਰੀਦ ਸਕਦੇ ਹਨ। ਰਲ ਕੇ ਪਿੰਡ ਆਪਣੇ ਗਰੁੱਪ ਬਣਾ ਕੇ ਕਿਸਾਨ ਵੀਰ ਖਰੀਦ ਸਕਦੇ ਹਨ। ਤੋ ਖੇਤੀਬਾੜੀ ਵਿਭਾਗ ਜਾਂ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਲਈ ਹਰ ਉਹ ਉਪਰਾਲਾ ਜੋ ਵੀ ਕਿਸਾਨਾਂ ਦੀ ਜ਼ਰੂਰਤ ਹੈ ਉਹਦੇ ਮੁਤਾਬਕ ਕੀਤਾ ਜਾ ਰਿਹਾ। ਬਿਲਕੁਲ ਜੀ, ਤਕਨੀਕਾਂ ਨਿਤ ਨਵੀਆਂ ਆਉਂਦੀਆਂ ਤੇ ਤਕਨੀਕਾਂ ਨੂੰ ਅਪਣਾਉਣ ਵਾਸਤੇ ਜਾਣਕਾਰੀਆਂ ਬੜੀਆਂ ਜ਼ਰੂਰੀ ਨੇ, ਰਾਬਤਾ ਬੜਾ ਜ਼ਰੂਰੀ ਹੈ। ਭਾਵੇਂ ਸਰਕਾਰ ਔਰ ਮਹਿਕਮੇ ਨੇ ਬੜੇ ਉਪਰਾਲੇ ਕੀਤੇ ਨੇ, ਕਈ ਵਾਰ ਸਾਨੂੰ ਜਾਣਕਾਰੀ ਨਹੀਂ ਹੁੰਦੀ। ਸੋ ਕੋਸ਼ਿਸ਼ ਕਰੀਏ ਆਪਾਂ ਜੁੜੇ ਰਹੀਏ। ਹੁਣ ਤੇ ਕਮਿਊਨੀਕੇਸ਼ਨ ਦਾ ਯੁੱਗ ਹੈਗਾ, ਇਸ ਯੁੱਗ ਦਾ ਆਪਾਂ ਪੂਰਾ ਫਾਇਦਾ ਤਕਨੀਕਾਂ ਨੂੰ ਹਾਸਲ ਕਰਕੇ ਉਠਾ ਸਕਦੇ ਹਾਂ। ਸੋ ਡਾਕਟਰ ਸੁਤੰਤਰ ਕੁਮਾਰ ਏਰੀ ਜੀ, ਬੜੇ ਵਧੀਆ ਢੰਗ ਨਾਲ ਤੁਸੀਂ ਸਾਨੂੰ ਜਾਣਕਾਰੀ ਦਿੱਤੀ ਹੈ। ਤੁਹਾਡੀ ਇਸ ਜਾਣਕਾਰੀ ਲਈ बहुत ਮਿਹਰਬਾਨੀ ਜੀ। भारत सरकार ने देश के करोड़ों किसानों की आजीविका को सुरक्षित कर उनके जीवन को खुशहाल बनाने के लिए सुरक्षा कवच के रूप में प्रधानमंत्री फसल बीमा योजना का उपहार दिया। ये कल्याणकारी योजना प्राकृतिक आपदाओं से फसल का नुकसान होने पर किसानों को उचित मुआवजा देकर उनकी आजीविका सुरक्षित करती है। किसान भाइयों और बहनों, आज पूरा देश कोरोना जैसी महामारी के दौर से गुजर रहा है। इस कठिन समय में भी आप बिना रुके, बिना थके लगातार अपने खेतों में पसीना बहा रहे हैं। आपकी कड़ी मेहनत से आज देश अनाज उत्पादन में आत्मनिर्भर हो गया है और आगे भी बना रहेगा, ऐसा मुझे पूरा विश्वास है। किसान भाइयों और बहनों, भारत सरकार ने किसानों के व्यापक हित को ध्यान में रखते हुए एवं प्राकृतिक आपदाओं से फसल की क्षतिपूर्ति हेतु वर्ष 2016 से महत्वाकांक्षी प्रधानमंत्री फसल बीमा योजना आरंभ की थी। सरकार की विकास नीति एवं इस योजना के सफल कार्यान्वयन हेतु हमने समय समय पर इसमें उचित बदलाव भी किए हैं। किसान बहुत ही कम प्रीमियम पर अपनी फसल का बीमा कर सकते हैं, जहां प्रीमियम का शेष हिस्सा भारत सरकार प्रदान करती है और राज्य सरकारें भी इसमें योगदान करती हैं। खरीफ 2020 सीजन से इस योजना से जुड़ना सभी किसानों के लिए स्वैच्छिक कर दिया गया है। आप प्रधानमंत्री फसल बीमा योजना से जुड़ेंगे तो संकट काल में यह योजना आपके लिए वरदान एवं सुरक्षा कवच के रूप में काम करेगी। भाइयों और बहनों, लॉकडाउन के दौरान इस योजना के अंतर्गत लगभग 8,090 करोड़ रुपयों से अधिक के दावों का भुगतान कर दिया गया है। वर्ष 2016 में यह योजना आरंभ हुई थी। इसके बाद 3 वर्षों में किसानों ने प्रीमियम के रूप में लगभग 13,000 करोड़ रुपया जमा किया, लेकिन जब प्राकृतिक आपदाओं के कारण उनकी फसलें बर्बाद हुईं तो उन्हें प्रीमियम से लगभग 4.5 गुनी राशि, लगभग 64,000 करोड़ रुपए मुआवजे के तौर पर प्राप्त हुई। इससे उनकी आजीविका सुरक्षित बनी रही। किसान भाइयों और बहनों, यदि ऋणी किसान बीमा योजना का लाभ उठाना नहीं चाहता तो उसे कट ऑफ तारीख से कम 7 दिन पहले संबंधित बैंक शाखा जिससे उसने फसली ऋण लिया है में अपना आवेदन दाखिल कर देना चाहिए। भारत सरकार ने यह कदम कई कृषक समूहों की मांग और उनकी सलाह पर उठाया है।
क्योंकि हम सबका साथ, सबका विकास और सबका विश्वास की नीति पर चलते हैं। इस बदलाव के बावजूद प्रीमियम की हिस्सेदारी में कोई बदलाव नहीं किया गया, वह पहले जैसी ही है, यानी सभी खरीफ फसलों के लिए अधिकतम 2%, सभी रबी फसलों के लिए 1.5% और व्यावसायिक तथा बागवानी फसलों के लिए अधिकतम 5% है। एक अन्य बड़ा बदलाव करते हुए अब बीमा कंपनियों को उनसे संबंधित राज्यों में 3 वर्ष के लिए व्यवसाय आवंटित करने का अधिकार दिया गया है। इससे अब बीमा योजना का लाभ दूर दराज के गांवों तक पहुंचने में मदद मिलेगी और बीमा कंपनियां किसानों की सेवा बेहतर रूप से कर सकेंगी और दावों के निपटान में भी शीघ्रता लाई जा सकेगी। भाइयों और बहनों, हमने ऐसी व्यवस्था की है कि अब प्रीमियम सब्सिडी में राज्यों की हिस्सेदारी और फसल कटाई से संबंधित आंकड़े शीघ्रता से जारी हो जाएं। दावों के शीघ्र भुगतान में यह एक मुख्य बाधा थी जो अब दूर कर दी गई है। अब दावों को लटकाने भटकाने की गुंजाइश नहीं है। हम शीघ्र भुगतान, किसान का कल्याण के रास्ते पर आगे बढ़ चले हैं। इसी क्रम में भारत सरकार ने राज्यों और केंद्र शासित प्रदेशों को और अधिकार देकर बीमा योजना को लचीला बना दिया है। अब वे अपनी स्थानीय आवश्यकताओं के अनुसार आपदाओं को शामिल कर सकते हैं। उनके पास आपदाओं को चुनने का विकल्प उपस्थित है। किसान भाइयों और बहनों, मैं आपको विश्वास दिलाना चाहता हूँ, माननीय प्रधानमंत्री जी के नेतृत्व में भारत सरकार आपकी समृद्धि के रास्ते में आने वाली हर बाधा को दूर करने के लिए प्रतिबद्ध है। हमने प्रधानमंत्री फसल बीमा योजना को स्वैच्छिक अवश्य कर दिया है, परंतु अपनी भलाई, अपने कल्याण और अपनी आजीविका की सुरक्षा के लिए इसे आप जरूर अपनाएं। इस योजना में पंजीकरण के लिए ऋणी किसान सेवारत बैंक शाखा में जा सकते हैं, जहां से उन्होंने केसीसी कृषि ऋण लिया है। कॉमन सर्विस सेंटर क्षेत्र में काम करने वाली बीमा कंपनियों के प्रतिनिधि या स्थानीय कृषि कार्यालय से भी संपर्क कर सकते हैं। फसल बीमा पोर्टल www.pmfby.gov.in एवं फसल बीमा ऐप के माध्यम से भी पंजीकरण किया जा सकता है। खुशहाल किसान ही समृद्ध भारत की बुनियाद है। इसी भाव के साथ मैं आपके परिवार, खेत खलिहान एवं पंचायत के हर नागरिक की खुशहाली की कामना करता हूँ। जय हिंद, जय भारत, जय किसान। किसानों की खुशहाली और समृद्धि का संकल्प कर रहा है सच प्रधानमंत्री फसल बीमा योजना का सुरक्षा कवच।